लखन ज्ञान को लोचन चार, चार पदार्थ के दातार। चार सौ जुग तहाँ मैं गतकार। जप मन सतनाम सदा सतनाम। जप मन सतनाम सदा सतनाम। सदा सतनाम सदा सतनाम। सदा सतनाम सदा सतनाम। जप मन सतनाम सदा सतनाम। जप मन सतनाम सदा सतनाम। इच्छा पूरक सर्व सुख दाता हर। ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਬੜ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੇਨੀ। ਜਪ ਹਰ ਭਵ ਜਲ ਤਰਨਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਚਬਰ ਛਤਰ ਤਖਤ ਦੇ ਮਾਲਕ। ਸਰਵਤਰ ਮਾਨਵਤਾ ਦੇ ਸਾਂਝੇ ਰਹਿਬਰ। ਸਮੂਹ ਸ੍ਰਿਸ਼ਟੀ ਦੇ ਉਧਾਰ ਕਰਤਾ। ਦਸੋਂ ਹੀ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਆਤਮਿਕ ਗਿਆਨ ਸਵਰੂਪ। ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਰਹਿਮਤ ਕਿਰਪਾ ਹੋਈ ਹੈ ਜੋ ਸਾਡੇ ਸਾਰਿਆਂ ਦੇ ਸਤਿਕਾਰਯੋਗ ਸ਼੍ਰੀਮਾਨ ਬਾਬਾ ਸਰਬਜੋਤ ਸਿੰਘ ਜੀ ਹੋਰਾਂ ਨੇ ਇਹ ਮਹਾਨ ਉਪਰਾਲਾ ਕੀਤਾ ਹੈ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਕੋਈ ਪਾਪ ਨਹੀਂ ਹੈ। ਗੁਰੂ ਸਵਾਰੇ ਮਹਾਂਪੁਰਸ਼ ਜਿੱਥੇ ਆਪ ਜੁੜੇ ਨੇ ਉੱਥੇ ਸਾਡੇ ਵਰਗੇ ਜੀਵਾਂ ਨੂੰ ਵੀ ਜੋੜਨ ਦਾ ਉਪਰਾਲਾ ਕਰ ਰਹੇ ਹਨ। ਸਾਲਾਨਾ ਸਮਾਗਮ ਆਪ ਸਰਵੱਤਰ ਹਾਜ਼ਰੀਆਂ ਭਰ ਰਹੇ ਸੀ। ਬਹੁਤ ਆਨੰਦ ਬਣਿਆ ਹੋਇਆ। ਸਤਨਾਮ ਵਾਹਿਗੁਰੂ ਦੀਆਂ ਗੂੰਜਾਂ ਪੈ ਰਹੀਆਂ। ਸਿਮਰਨ ਹੋ ਰਿਹਾ ਹੈ। ਭਾਈ ਇਸ ਤੋਂ ਵੱਡੇ ਭਾਗ ਹੋਰ ਕੋਈ ਨਹੀਂ। ਇਸ ਤੋਂ ਵੱਡੇ ਭਾਗ ਕੋਈ ਨਹੀਂ। ਜਪ ਹਰ ਭਵ ਜਲ ਤਰਨਾ। ਮਹਾਰਾਜ ਕਹਿੰਦੇ ਇਸ ਨੂੰ ਜਪ ਕੇ ਭਵ ਜਲ ਤਰ ਜਾਈਦਾ ਹੈ। ਆਖੋ ਸਤਨਾਮ। ਔਰ ਜੋ ਵਾਹਿਗੁਰੂ ਸ਼ਬਦ ਹੈ ਵਾਹੇ ਅਚਰਜ ਬਿਸਮੈ ਪਦ ਗਾਵਾਂ। ਨੇਤ ਨੇਤ ਜਹ ਵੇਦ ਬਖਾਵਾ। ਜੋ ਅਚਰਜ ਹੈ ਬਿਸਮਾਦ ਹੈ ਜਿਹਨੂੰ ਦੇਖ ਕੇ ਆਪਾਂ ਕਹਿੰਦੇ ਹਾਂ ਵਾਹ ਬਈ ਇਹਦੇ ਵਰਗਾ ਹੋਰ ਕੋਈ ਨਹੀਂ। ਐਸਾ ਆਨੰਦ
ਔਰ ਇਹ ਵਾਹਿਗੁਰੂ ਸ਼ਬਦ ਨੂੰ ਵਿਦਵਾਨ ਕਹਿੰਦੇ ਪ੍ਰੇਮ ਭਗਤ ਕੇ ਭੂਖਨ ਚਾਰ। ਭੂਖਨ ਕਹਿੰਦੇ ਨੇ ਗਹਿਣਿਆਂ ਨੂੰ। ਕਹਿੰਦੇ ਮਾਨੋ ਇਹ ਚਾਰ ਪ੍ਰਕਾਰ ਦੇ ਗਹਿਣੇ ਨੇ ਭਾਈ, ਜੋ ਬੀਬੀਆਂ ਪਹਿਨਦੀਆਂ ਨੇ, ਸਿਰ ਦਾ, ਗਲ ਦਾ, ਉਸ ਤੋਂ ਬਾਅਦ ਲੱਕ ਦਾ ਤੇ ਪੈਰਾਂ ਦਾ। ਇਹ ਚਾਰ ਪ੍ਰਕਾਰ ਦੇ ਗਹਿਣੇ ਮੰਨੇ ਨੇ ਸ਼ਿੰਗਾਰ ਦੇ, ਸ਼ਿੰਗਾਰ ਰਸ ਦੇ ਵਿੱਚ। ਔਰ ਵਾਹਿਗੁਰੂ ਸ਼ਬਦ ਦੇ ਚਾਰੇ ਅੱਖਰ ਐਸਾ ਸ਼ਿੰਗਾਰ ਨੇ। ਪ੍ਰੇਮ ਭਗਤ ਕੇ ਭੂਖਨ ਚਾਰ, ਲਖਨ ਗਿਆਨ ਕੋ ਲੋਚਨ ਚਾਰ। ਪ੍ਰਮਾਤਮਾ ਵਾਹਿਗੁਰੂ ਜੀ ਦੀ ਜੋ ਅਲਖ ਹੈ, ਉਹਦੀ ਲਖਤਾ ਨੂੰ ਪ੍ਰਾਪਤ ਕਰਨ ਵਾਸਤੇ, ਉਹਨੂੰ ਜਾਣਨ ਵਾਸਤੇ ਇਹ ਚਾਰੇ ਸ਼ਬਦ ਜਿਹੜੇ ਨੇ, ਇਹ ਸਮਝ ਲਓ ਦੋ ਨੇਤਰ ਆਪਾਂ ਨੂੰ ਮਿਲੇ ਨੇ ਮਹਾਰਾਜ ਵੱਲੋਂ। ਦੋ ਨੇਤਰ ਇਹ ਹੋਰ ਵਾਹਿਗੁਰੂ ਸ਼ਬਦ ਦੇ। ਇਹ ਚਾਰੇ ਅੱਖਰ ਲਖਨ ਗਿਆਨ ਕੋ ਲੋਚਨ ਚਾਰ। ਲੋਚਨ ਕਹਿੰਦੇ ਨੇ ਅੱਖਾਂ ਨੂੰ। ਔਰ ਚਾਰ ਪਦਾਰਥ ਕੇ ਦਾਤਾਰ, ਧਰਮ ਅਰਥ ਕਾਮ ਤੇ ਮੋਕਸ਼। ਇਹ ਚਾਰ ਪਦਾਰਥ ਨੇ, ਇਹ ਚਾਰੇ ਪਦਾਰਥਾਂ ਦੇ ਦਾਤੇ ਨੇ ਵਾਹਿਗੁਰੂ ਜੀ ਦੇ ਇਹ ਚਾਰੇ ਅੱਖਰ। ਔਰ 400 ਯੁੱਗ ਤਾਂ ਮਹਿ ਗਤਕਾਰ। ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ, ਚਾਰੇ ਯੁਗਾਂ ਦੇ ਵਿੱਚ ਜੋ ਜੋ ਵਾਹਿਗੁਰੂ ਦਾ ਨਾਮ ਜਪੇਗਾ ਭਾਈ, ਉਹਦੀ ਗਤੀ ਹੋਵੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਔਰ ਤੁਸੀਂ ਆਪ ਸਰਵੱਤਰ ਸੰਗਤ ਰਲ ਮਿਲ ਕਰਕੇ ਇਹ ਵਾਹਿਗੁਰੂ ਸ਼ਬਦ ਦਾ ਰਟਨ ਕਰ ਰਹੇ ਹੋ, ਇਹ ਵਾਹਿਗੁਰੂ ਸ਼ਬਦ ਨੂੰ ਗਾ ਰਹੇ ਹੋ। ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ। ਕਵੀ ਰਾਜ ਭਾਈ ਸੰਤੋਖ ਸਿੰਘ ਬਚਨ ਲਿਖਦੇ ਨੇ, ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ, ਬੰਧ ਨਿਕੰਦਨ ਸੁਖ ਸਦਨ। ਬੰਧਨਾਂ ਤੋਂ ਮੁਕਤ ਕਰਨ ਵਾਲੇ, ਸੁਖ ਸਦਨ, ਸੁੱਖਾਂ ਦੇ ਘਰ ਨੇ ਭਾਈ ਇਹ ਸ਼ਬਦ। ਦੁੱਖ ਮਰਦਨ ਨਿਰਧਾਰ, ਜੋ ਤਮਾਮ ਦੁੱਖ ਨੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ। ਤਾਂ ਕੋ ਬਿਗਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਇਹ ਸਾਰੇ ਤਾਪਾਂ ਨੂੰ, ਦੁੱਖਾਂ ਨੂੰ ਖਤਮ ਕਰਨ ਦੀ ਦਵਾਈ ਹੈ ਵਾਹਿਗੁਰੂ ਸ਼ਬਦ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਹ ਕੁਝ ਬਚਨ ਆਪ ਜੀ ਦੇ ਸਮਕਸ਼ ਜੋ ਆਪ ਜੀ ਇਹ ਸਿਮਰਨ ਕਰ ਰਹੇ ਸੀ ਭਾਈ, ਇਹਦੇ ਸੰਬੰਧ ਵਿੱਚ ਮੈਂ ਬੇਨਤੀ ਕੀਤੀ ਹੈ। ਆਓ ਜੋ ਸਾਲਾਨਾ ਸਮਾਗਮ ਸਤਿਗੁਰੂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮਹਾਨ ਕਿਰਪਾਨ ਦੇ ਧਨੀ, ਮਹਾਨ ਕਿਰਪਾਨ ਦੇ ਧਨੀ ਤੇ ਮਹਾਨ ਕਲਮ ਦੇ ਧਨੀ, ਸ਼ਹੀਦ ਪੁੱਤਰਾਂ ਦੇ ਪਿਤਾ, ਸ਼ਹੀਦ ਪਿਤਾ ਦੇ ਸੁਪੁੱਤਰ, ਔਰ ਮਹਾਨ ਨੀਤੀ ਵੇਤਾ, ਸ਼ਾਹੇ ਖੂਬਾ ਅਜਬ ਅਜੂਬਾ, ਰੌਸ਼ਨ ਜਮੀਰ ਸਾਹਿਬ ਅਮੀਰ, ਬਾ ਬਖਸ਼ਿਸ਼ ਕਬੀਰ ਰਹਿਨੁਮਾ ਦੋ ਜਹਾਂ, ਖੁਰਸ਼ੀਦ ਜਹਾਂ ਸਿਫਰ ਸਨਾਹਾ, ਬਾਲਿਆ ਕੁਲ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਉਹਨਾਂ ਦਾ ਆਪ ਜੀ ਆਗਮਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ। ਉਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਪਵਿੱਤਰ ਆਤਮਾ, ਕਹਿਣੀ ਕਰਨੀ ਦੇ ਪੂਰੇ ਸੂਰੇ, ਨਾਮ ਬਾਣੀ ਦੇ ਰਸੀਏ, ਜਤੀ ਮਾਂ ਬਲੀ ਜਤਿੰਦਰੇ, ਸੂਰਵੀਰ ਬਚਨ ਕੇ ਬਲੀ, ਸ਼੍ਰੀ ਮਾਨ ਸੰਤ ਬਾਬਾ ਮੀਹਾਂ ਸਿੰਘ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਵੀ ਮਨਾ ਰਹੇ ਹੋ। ਬਹੁਤ ਵੱਡੇ ਭਾਗ ਨੇ ਭਾਈ ਸਾਡੇ ਸਾਰਿਆਂ ਦੇ। ਔਰ ਕਰਤਾਰ ਕੀ ਕਸਮ ਹੈ, ਨਾਨਕ ਕੀ ਸੁਗੰਧ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ वो कम है। ਯੋਗੀ ਅੱਲਾ ਯਾਰ ਖਾਨ ਲਿਖਦਾ ਹੈ, ਕਹਿੰਦੇ ਜਿਤਨੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਾਰੀਫ ਹੋ ਜਾਵੇ ਉਹ ਘੱਟ ਹੀ ਘੱਟ ਹੈ, ਕਿਉਂਕਿ ਐਸਾ ਨਾ ਕੋਈ ਆਇਆ ਤੇ ਨਾ ਕੋਈ ਹੈ, ਨਾ ਆਉਣ ਵਾਲੇ ਸਮੇਂ ਵਿੱਚ ਕੋਈ ਹੋ ਸਕਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਲਖ ਤੇ ਜ਼ਿਕਰ ਹੋ, ਫਰਜ਼ੰਦ ਹੋ ਆਪ ਜੀ। ਔਰ ਧੰਨ ਧੰਨ ਮਾਤਾ ਗੁਜਰ ਕੌਰ ਦੀਆਂ ਦੀ ਪਾਵਨ ਕੁੱਖ ਤੋਂ ਆਪ ਜੀਆਂ ਨੇ ਪਟਨਾ ਸ਼ਹਿਰ ਵਿਖੇ ਪਬ ਲਏ। ਪਟਨੇ ਦੀ ਪਾਵਨ ਧਰਤੀ ਸਾਲਸਰਾਏ ਜੋਰੀ ਦੀ ਹਵੇਲੀ ਦੇ ਅੰਦਰ ਆਪ ਜੀਆਂ ਨੇ 1723 ਬਿਕਰਮੀ 23 ਪੋਹ ਦੀ 7ਵੀਂ ਦਾ ਸਮਾਂ ਹੈ, ਬਿਕਰਮੀ ਮੁਤਾਬਕ ਲਾਉਂਦੇ ਹਾਂ। 22 ਦਸੰਬਰ 1666 ਈਸਵੀ ਸੰਮਤ ਮੁਤਾਬਕ ਕਰਦੇ ਹਾਂ ਤਾਂ 22 ਦਸੰਬਰ 1666 ਈਸਵੀ ਹੈ। ਔਰ ਅਗਰ ਅਸੀਂ ਜਗਤ ਦੇ ਸਵਾਮੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਆਗਮਨ ਤੋਂ ਸਾਲ ਦੀ ਗਿਣਤੀ ਕਰਦੇ ਹਾਂ ਤਾਂ 198 ਨਾਨਕ ਸ਼ਾਹੀ ਮੁਤਾਬਕ ਬਾਹ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਜੀਆਂ ਨੇ ਆਗਮਨ ਲਿਆ। ਆਪ ਜੀ ਸਰਵੱਤਰ
ਸਤਿਗੁਰੂ ਬਾਲਾ ਪ੍ਰੀਤਮ ਜੀ ਦੇ ਬਚਪਨ ਦੇ ਕੌਤਕਾਂ ਤੋਂ, ਮਹਾਂਪੁਰਸ਼ਾਂ ਤੋਂ ਸੁਣਦੇ ਹੋ ਬਾਬਾ ਜੀ ਬੜੇ ਵਿਦਵਾਨ ਪੁਰਸ਼ ਨੇ। ਮੇਰਾ ਮਨ ਬੜਾ ਖੁਸ਼ ਹੋਇਆ, ਕਿਉਂਕਿ ਪਹਿਲਾਂ ਤੋਂ ਲੈ ਕੇ ਅਸੀਂ ਛੋਟੇ ਹੁੰਦੇ ਆਪਣੇ ਵਿਦਿਆ ਦਾਤੇ ਮਹਾਂਪੁਰਸ਼ਾਂ ਦੇ ਨਾਲ ਇਹਨਾਂ ਗੁਰੂ ਸਵਾਰੇ ਗੁਰੂ ਪਿਆਰਿਆਂ ਪਾਸ ਆਉਂਦੇ ਰਹੇ ਹਾਂ, ਤੇ ਸਤਿਗੁਰੂ ਜੀ ਕਿਰਪਾ ਕਰਨ ਜਦੋਂ ਤੱਕ ਸਵਾਸ ਹਨ ਅਸੀਂ ਆਉਂਦੇ ਰਹੀਏ। ਮਹਾਂਪੁਰਸ਼ ਸਾਨੂੰ ਇਸੇ ਤਰ੍ਹਾਂ ਹੀ ਪ੍ਰੇਮ ਦਾ ਸੰਦੇਸ਼ਾ ਭੇਜਦੇ ਰਹਿਣ, ਅਸੀਂ ਆ ਕੇ ਤੁਹਾਡੀ ਚਰਨ ਧੂੜ ਨੂੰ ਸਪਰਸ਼ ਕਰਦੇ ਰਹੀਏ। ਗੁਰਮੁਖ ਪਿਆਰਿਓ, ਜੋ ਬਾਬਾ ਸਰਬਜੋਤ ਸਿੰਘ ਜੀ ਤੁਹਾਨੂੰ ਹਰ ਰੋਜ਼ ਕਥਾ ਕੀਰਤਨ ਦੁਆਰਾ ਨਿਹਾਲ ਕਰਦੇ ਨੇ, ਤੇ ਆਪ ਜੀ ਨੂੰ ਸਤਿਗੁਰੂ ਜੀ ਦੇ ਪਾਵਨ ਲਾਸਾਨੀ ਇਤਿਹਾਸ ਬਾਰੇ ਵੀ ਬਾਖੂਬ ਚਾਨਣਾ ਪਾਉਂਦੇ ਹਨ। ਮੈਂ ਬੇਨਤੀ ਥੋੜ੍ਹੀ ਜੀ, ਜੋ ਮੈਨੂੰ ਆ ਕੇ ਹੀ ਇੱਥੇ ਇਸ਼ਤਿਹਾਰ ਪੜ੍ਹ ਕੇ ਪਤਾ ਚੱਲਿਆ ਕਿ ਇਹ ਸਮਾਗਮ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹੈ, ਕੁਝ ਵਿਚਾਰਾਂ ਮੈਂ ਤੁਹਾਡੇ ਨਾਲ ਕਰ ਲਵਾਂ, ਆਪਣੀ ਹਾਜ਼ਰੀ ਲਗਵਾਵਾਂ, ਕਿਉਂਕਿ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਅਸੀਂ ਵੀ ਆਸਾ ਲੈ ਕੇ ਆਏ ਹਾਂ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੁਝ ਸਮਾਂ ਹਰੀ ਜਸ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਜਾਣ, ਕਿਉਂਕਿ ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪਾਉਂਦੀ ਮੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸੰਝ ਦੇ ਫਜਰੇ। ਗੁਰਮੁਖ ਪਿਆਰਿਓ, ਸਤਿਗੁਰੂ ਸਾਹਿਬ ਜਦੋਂ ਆਗਮਨ ਲੈ ਰਹੇ ਹੋ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਬ ਲਇਓ। ਮਹਾਰਾਜ ਨੇ ਆਪਣੀ ਸਵੈ ਜੀਵਨੀ, ਇੱਕ ਹੁੰਦੀ ਹੈ ਦੂਜੇ ਦੀ ਜੀਵਨੀ ਲਿਖੀ ਹੋਈ, ਇੱਕ ਹੁੰਦੀ ਹੈ ਸਵੈ ਜੀਵਨੀ। ਜਿਹੜੀ ਸਵੈ ਜੀਵਨੀ ਹੈ ਉਹ ਸ੍ਰੇਸ਼ਟ ਹੈ ਤੇ ਮਹੱਤਤਾ ਰੱਖਦੀ ਹੈ ਆਪਣੇ ਆਪ ਵਿੱਚ। ਦੂਜਾ ਜਿਹੜਾ ਹੈ ਉਹ ਬਾਦ ਘਾਟ ਵੀ ਲਿਖ ਸਕਦਾ ਹੈ। ਸਵੈ ਜੀਵਨੀ ਜਿਹੜੀ ਹੁੰਦੀ ਹੈ ਉਹ ਜੋ ਬੀਤਿਆ ਹੁੰਦਾ ਹੈ, ਜੋ ਹੋਇਆ ਹੁੰਦਾ ਹੈ, ਉਹੀ ਕੁਝ ਲਿਖਿਆ ਜਾਂਦਾ ਹੈ। ਸਤਿਗੁਰੂ ਜੀ ਨੇ ਆਪਣੀ ਸਵੈ ਜੀਵਨੀ ਲਿਖੀ ਹੈ, ਭਗਤ ਨਾਮਦੇਵ ਜੀ ਸਵੈ ਜੀਵਨੀ, ਬਾਬਾ ਰਵਿਦਾਸ ਜੀ, ਬਾਬਾ ਕਬੀਰ ਜੀ ਆਪਣੀ ਸਵੈ ਜੀਵਨੀ ਪਾਵਨ ਗੁਰਬਾਣੀ ਦੇ ਵਿੱਚ ਅੰਕਿਤ ਕਰਦੇ ਨੇ। ਕਿਉਂਕਿ ਇਤਿਹਾਸ ਨੂੰ ਪੜਚੋਲਣ ਵਾਸਤੇ ਸਾਡੇ ਕੋਲ ਆਖੀ ਸਾਖੀ ਸ਼ਬਦ ਬਿਲਾਸ ਤੇ ਪ੍ਰਕਾਸ਼ ਹੈ। ਆਖੀ ਜੋ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਬਚਨ ਕਹੇ, ਇਤਿਹਾਸ ਦੇ ਅੰਦਰੋਂ ਪਾਵਨ ਗੁਰਬਾਣੀ ਵਿੱਚ ਵੀ ਹਨ। ਚਲੋ ਮੈਂ ਇਧਰ ਨੂੰ ਨਾ ਜਾਵਾਂ, ਸਮਾਂ ਮੇਰੇ ਪਾਸ ਥੋੜਾ ਹੀ ਹੈ। ਸਤਿਗੁਰੂ ਸਾਹਿਬ ਗਰੀਬ ਨਵਾਜ ਕਹਿੰਦੇ, ਜਦੋਂ ਅਸੀਂ ਨਿਰੰਕਾਰ ਦੀ ਆਰਾਧਨਾ ਕਰ ਰਹੇ ਸੀ ਹੇਮਕੁੰਟ ਸਾਹਿਬ ਦੀ ਪਾਵਨ ਧਰਤੀ ਤੇ ਉਸ ਸਮੇਂ ਸਾਨੂੰ ਸ਼੍ਰੀ ਅਕਾਲ ਪੁਰਖ ਨੇ ਆਪਣੇ ਕੋਲ ਬੁਲਾਇਆ। ਸਾਡੇ ਵਾਸਤੇ ਸ਼੍ਰੀ ਦਸਮ ਗ੍ਰੰਥ ਦਾ ਇੱਕ ਇੱਕ ਬੋਲ ਸੱਚ ਹੈ ਤੇ ਅੰਮ੍ਰਿਤ ਬਾਣੀ ਹੈ। ਕੋਈ ਕੁਝ ਕਹਿੰਦਾ ਹੈ, ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ, ਅਸੀਂ ਕਿਸੇ ਦੇ ਮਗਰ ਨਹੀਂ ਚੱਲਣਾ, ਅਸੀਂ ਆਪਣੇ ਸਤਿਗੁਰੂ ਦੇ ਮਗਰ ਚੱਲਣਾ ਹੈ। ਮੇਰੇ ਸਤਿਗੁਰੂ ਨੇ ਬਚਿੱਤਰ ਨਾਟਕ ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਅੰਕਿਤ ਕੀਤੇ ਨੇ, ਕਿਉਂਕਿ ਜਦੋਂ ਆਪ ਜੀ ਨੇ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਕਰ ਦਿੱਤਾ ਕਿ ਉਹ ਸੰਸਾਰ ਤੇ ਕਿਵੇਂ ਆਏ, ਕੀ ਕੀਤਾ ਤੇ ਕਿਸ ਤਰ੍ਹਾਂ ਗਏ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ, ਸੁਰਗਵਾਸ ਰਗਵਰ ਕਰਾ, ਸਗਰੀ ਪੁਰੀ ਸਮੇਤ। ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ, ਬਿਰਹਾ ਅਵਤਾਰ, ਚਲੋ ਸਾਰੇ ਅਵਤਾਰਾਂ ਦਾ ਜ਼ਿਕਰ ਕੀਤਾ। ਗੁਰਸਿੱਖ ਕਹਿੰਦੇ, ਸਤਿਗੁਰੂ ਤੁਹਾਡੀ ਕਥਾ। ਗਰੀਬ ਨਵਾਜ ਕਹਿੰਦੇ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਹ ਬਿਦ ਮੁਹਿਆਨੋ, ਹੇਮਕੁੰਟ ਪਰਵਤ ਹੈ ਜਹਾਂ, ਸਪਤ ਸਿਰੰਗ ਸੋਬਤ ਹੈ ਤਹਾਂ, ਸਪਤ ਸਿਰੰਗ ਤੈ ਨਾਮ ਕਹਾਵਾ, ਪੰਡ ਰਾਜ ਹੈ ਜੋਗ ਕਮਾਵਾ, ਤੈ ਹਮ ਅਦਕ ਤਪੱਸਿਆ ਸਾਦੀ, ਮਹਾਕਾਲ ਕਾਲ ਕਾ ਅਰਾਦੀ, ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਵੇ ਗਏ। ਕਹਿੰਦੇ ਉਸ ਸਮੇਂ ਜਦੋਂ ਸਾਡੀ ਤਪੱਸਿਆ ਸੰਪੂਰਨ ਹੋ ਗਈ ਤਾਂ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਪਣੀ ਦਰਗਾਹ ਦੇ ਅੰਦਰ ਸੱਚਖੰਡ ਦਰਬਾਰ ਦੇ ਵਿੱਚ ਬੁਲਾਉਣਾ ਕੀਤਾ। ਉਹ ਸੱਚਖੰਡ ਦਰਬਾਰ ਜਾਂਚੈ ਘਰ, ਗਣ ਗੰਧਰਵ ਰਿਖੀ ਬਪੁੜੇ, ਢਾਡੀਆ ਗਵੰਤ ਆਸ਼ੈ, ਸਰਬ ਸ਼ਾਸਤਰ ਬਹੁਰੂਪੀਆ, ਅਨਗਰੂਆ ਮੰਡਲੀਕ ਬੋਲ ਬੋਲੇ ਕਸ਼ੈ, ਚੌਰ ਢੂਰ ਜਾਂਕੈ ਹੈ ਪਵਨ, ਚੇਰੀ ਸਖਤ ਜੀਤ ਲੈ ਭਵਨ, ਅੰਡ ਟੂਕ ਜਾਂਕੈ ਪਸਮਤੀ, ਸੋ ਐਸਾ ਰਾਜਾ ਤ੍ਰੈ ਭਵਨ ਪਤੀ। ਸਤਿਗੁਰੂ ਗਰੀਬ ਨਵਾਜ ਸ਼੍ਰੀ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ ਤੇ ਕਿਤੇ ਇੰਦਰ ਦਵਾਰ, ਕਿਤੇ ਬ੍ਰਹਮਾ ਮੁਖ ਚਾਰ, ਕਿਤੇ ਕ੍ਰਿਸ਼ਨਾ ਅਵਤਾਰ, ਕਿਤੇ ਰਾਮ ਕਹੀਅਤ ਹੈ।
केते सस राशि केते सूरज प्रकाशी, केते मुंडिया उदासी जोग द्वार लहियत है, केते महादीन केते व्यास से प्रवीण, केते कुमेर कुलीन केते जश कहियत है, करत है विचार पै न पूर्ण को पावै पार, ताही ते अपार निराधार लहियत है। दसम ग्रंथ श्री गुरु गोबिंद सिंह साहब, आखो सतनाम श्री वाहिगुरू। महाराज कहते निरंकार के दर ते जिन्हां नूं असीं झुक के सलामा करते हैं, वो निरंकार के दर ते झाड़ू लाउंदे ने। आखो सतनाम श्री वाहिगुरू। तप साधत हर मोहे बुलायो, इम कह के ये लोक पठायो। कहते सानू तप करदियां नूं वाहिगुरू जी ने अपने कोल बुलाया, गोद विच बिठा के सानू मात लोक भेजण वास्ते हुक्म कीता। ते जे हुण बाबा जी कहण अवतार तू रायकोट जाना है, पखोवाल जाना है, मैं बाबा जी नूं पुछांगा बाबा जी कारण की है जाण दा, मैनूं क्यों भेज रहे हो? कहंदे इसे तरह मैं भी पुछया श्री निरंकार परमेश्वर वाहिगुरू जी मैनूं संसार ते क्यों भेज रहे हो, की कारण है, की कारज करना है मैं जाके? कहंदे उस समय क्या कि असीं गुरु नानक दे रूप दे अंदर धर्म दा बीज बीज आए हां, तुसीं संपूर्णता देनी है। महाराज जी मेरे तो पहलों बड़े देवी देवते गए संसार दे अंदर, की उन्होंने धर्म का कारज नहीं किया? ते उस समय बचन लिखिया मेरे विद्यादाते पढ़ाउंदे सन सानों, कहंदे श्री अकाल पुरख वाच इस कीट प्रत, कीट तो कहंदे ने कीड़े, कहंदे श्री निरंकार जी ने मेरे कीड़े प्रति यह वचन किया। देखो गुरमुख प्यारिओ, दीन दुनिया दा वाली गुरु गोबिंद सिंह साहब जी दे वर्गा संसार ते कोई नहीं, महान वो कलम दा धनी है, महान किरपान दा धनी है, ऐसा कोई दाता भी नहीं, ऐसा दानी है। ते कहंदा मेरे कीड़े प्रति अज असीं थोड़ी थोड़ी बाणी आउण लग जांदी है, थोड़ा जिहा बाजा वजाउणा आ जांदा है, ते असीं किसी दी फतेह मनण नूं तैयार नहीं। आखो सतनाम श्री, फतेह मनण नूं तैयार नहीं, क्योंकि अहंकार दा कीला साडे गल दे विच अड़क जांदा है। ये सानू साडे सतगुरु जी तो ये सेध लैनी चाहिए है कि मेरे सतगुरु किन्नी निमरता दे विच, कहो नानक हम नीच कर्मा, अपने आप नूं नीच कीड़े ढाडी कितना कुछ महाराज ने पावन गुरबाणी दे अंदर किया है। अपने आप नूं संबोधन करके वचन कहे न, ते श्री अकाल पुरख वाच इस कीट प्रत, मेरे कीड़े प्रति वचन कीते। पुरखा जब पहले हम शिष्ट बनाई, दई तरचत दुष्ट दुखदाई, ते बल पुज बबरे हवे गए, पूजत परम पुरख रह गए। कहते जदों पहलों सृष्टि साजी ना, उदों दैंत पैदा कर दिते। कहते दैंत अपनी बल भुजा भुजा कहते ने आ बाहां नूं इहदे जोर दे नाल वो अपद्दर करन लग पए, माड़े कर्म करन लग पे। ये सृष्टि एक बार नहीं, पता नहीं किन्नी बार वाहिगुरू जी ने थापी ते किन्नी बार नष्ट की है भाई, पता ही नहीं किन्नी बार हो गई। कदे महाराज कहते ने प्रथमे ब्रह्मा काले घर आया, कदे ब्रह्मा जी पहलों आ रहे ने, कदे सतगुरु जी कह रहे ने कि जब पहले हम शिष्ट बनाई, दई तरच दुखदाई। कदे सतगुरु पातशाह ऐसा वचन भी करते ने, खंडा प्रथमे साज के जिन सब सहसार उपाया, सिरजे दानो देवते तिन अंदर बाद रचाया, ब्रह्मा विष्णु महेश उपाए, कुदरती दा खेल रचाया, सिंध पर्वत मेदनी बिन थम्मा गगन रहाया। तैही दुर्गा साज के दैंतां दा नाश कराया, तैथों ही बल राम लै नाल बाणा दह सरकाया, तैथों ही बल कृष्ण लै कंस केसी पकड़ गिराया। बड़े बड़े मुन देवते कई जुग तिनी तन ताया, किने तेरा ओ मेरे वाहिगुरु तेरा अंत ना मैं जाना, वाहिगुरु तेरा अंत ना मैं जाना। हे मेरे वाहिगुरु जी तेरा अंत नहीं पै सकता। कहते फिर की होया जदों दैंत पैदा कर दिते, बल भुजा जोर दे नाल झल्ले हो गए, बावरे हो गए, ते जिन्हें थापिया भाई ते उन्हें फिर नाश कर दिता है। कहते उस तो बाद की होया जी, कहते ते हम तनक तनक मोह खापे, तिन की थौर देवते थापे, उन्होंने जगह ते देवते थाप दिते।
ਹੁਣ ਦੇਵਤੇ ਤਾਂ ਭਾਈ ਬੜੇ ਚੰਗੇ ਹੁੰਦੇ ਨੇ, ਪਰ ਮਹਾਰਾਜ ਕਹਿੰਦੇ ਨਹੀਂ ਨਹੀਂ, ਤੇ ਪੀ ਬਲ ਪੂਜਾ ਰਜਾਇਓ, ਆਪਨ ਹੀ ਪਰਮੇਸ਼ਰ ਕਹਾਇਓ। ਕਹਿੰਦੇ ਉਹ ਵੀ ਆਪਣੀ ਪੂਜਾ ਦੇ ਵਿੱਚ ਉਲਝ ਗਏ, ਕਿਉਂਕਿ ਮਨੁੱਖ ਬਹੁਤ ਸਾਰੀ ਜੰਗ ਜਿਹੜੀ ਹੈ ਉਹ ਸਰ ਕਰ ਲੈਂਦਾ ਹੈ, ਪਰ ਜਦੋਂ ਗੱਲ ਆ ਜਾਂਦੀ ਹੈ ਪੂਜਾ ਤੇ ਇੱਥੇ ਆ ਕੇ ਅਟਕ ਜਾਂਦੇ ਨੇ। ਮੇਰੇ ਵਿਦਿਆ ਦਾਤੇ ਕਹਿੰਦੇ ਹੁੰਦੇ ਸੀ, ਕਹਿੰਦੇ ਤਪ ਤਪ ਕਰਦਿਆਂ ਕਰਦਿਆਂ ਮਹਾਪੁਰਸ਼ ਕੋਈ ਬਲੀ ਪੁਰਸ਼ ਪਰਮਾਤਮਾ ਵਾਹਿਗੁਰੂ ਜੀ ਦੇ ਬਿਲਕੁਲ ਨਜ਼ਦੀਕ ਚਲੇ ਜਾਂਦਾ, ਪਰ ਪੂਜਾ ਜਿਹੜੀ ਹੈ ਉਹ ਅਟਕਾ ਲੈਂਦੀ ਹੈ ਉਸ ਨੂੰ। ਜਦੋਂ ਆਪਣੇ ਪੈਰਾਂ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਆਪਣੀ ਜੈ ਜੈਕਾਰ ਕੰਨਾਂ ਦੁਆਰਾ ਸੁਣਨੀ ਸ਼ੁਰੂ ਕਰ ਦਿੱਤੀ, ਫਿਰ ਉਹ ਰਾਹ ਦੇ ਰੋੜੇ ਬਣ ਜਾਂਦੇ ਨੇ। ਤੇ ਵੀ ਬਲ ਪੂਜਾ ਉਰਜਾਇਓ, ਆਪਨ ਹੀ ਪਰਮੇਸ਼ਰ ਕਹਾਇਓ, ਮਹਾਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ब्रह्मा पार ब्रह्म बखाना, प्रभु को प्रभु न किन्हों जाना, जिन जिन तनक सिद्ध को पायो, तिन तिन अपने राह चलायो। आपो अपने राह चला ले, मैं अपना सुत तोहे निवाजा, पंथ परचुर करवे को साजा, जाए तहां तै धर्म चलाए, कुबुद्ध करन ते लोक हटाए। मैं तुहानू अपना सुपुत्र बना के संसार दे विच भेज रहा। कहंदे उस समय ਠਾਂਡ ਭਇਓ, मैं जोर कर वचन कहा सिर न्याए, पंथ चलै तब जगत में जब तुम करो सहाय। वाहिगुरु जी ਜਦੋਂ ਤੱਕ ਤੁਹਾਡੀ ਸਹਾਇਤਾ ਹੋਵੇਗੀ, ਤੁਹਾਡੇ ਵੱਲੋਂ ਇਹ ਦਰਸਾਇਆ ਹੋਇਆ ਮਾਰਗ ਤੇ ਮੈਂ ਚੱਲ ਕਰਕੇ ਜੋ ਪੰਥ ਸਾਜਣ ਦੀ ਤੁਸੀਂ ਗੱਲ ਕਰਦੇ ਹੋ, ਪੰਥ ਪਰਚੁਰ ਕਰਵੇ ਕੋ ਸਾਜਾ। ਇੱਥੇ ਥੋੜੀ ਜੀ ਵਿਚਾਰ ਮੈਂ ਇਹ ਵੀ ਕਰ ਲਵਾਂ, ਵਿਦਿਆ ਦਾਤੇ ਨੇ ਪੜ੍ਹਾਏ ਸਨ ਸ਼ਬਦ, ਜੋ ਬਹੁਤ ਲੋਕ ਕਹਿੰਦੇ ਨਾ, ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਇਆ ਆਪਣੇ ਕੀਰਤਪੁਰ ਸਾਹਿਬ, ਭਾਈ ਜੈਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਦੀ ਸੇਵਾ ਕਰਕੇ ਲੈ ਕੇ ਆਏ ਨੇ, ਤੇ ਮਹਾਰਾਜ ਸਾਹਿਬ ਜੀ ਨੇ ਚੰਦਨ ਦੀ ਚਿਖਾ ਸਜਾ ਕੇ ਸੰਸਕਾਰ ਹੋਇਆ। ਤੇ ਉਸ ਸਮੇਂ ਪੁੱਛਿਆ, ਭਾਈ ਜੈਤਾ ਜੀ, ਕਹਿੰਦੇ ਉਸ ਸਮੇਂ ਕੋਈ ਸਿੰਘ ਸਿੱਖ ਤੁਹਾਨੂੰ ਉੱਥੇ ਨਜ਼ਰ ਨਹੀਂ ਆਇਆ? ਭਾਈ ਜੈਤਾ ਜੀ ਨੇ ਕਿਹਾ ਪਛਾਣ ਨਹੀਂ। ਬਹੁਤ ਸਾਰੇ ਇਹ ਕਹਿੰਦੇ ਨੇ ਕਿ ਮਹਾਰਾਜ ਨੇ ਉਦੋਂ ਫੈਸਲਾ ਲਿਆ ਕਿ ਮੈਂ ਐਸਾ ਇੱਕ ਪੰਥ ਸਜਾਵਾਂਗਾ ਜਿਹਦੀ ਵੱਖਰੀ ਪਹਿਚਾਣ ਹੋਵੇਗੀ, ਪਰ ਜਦੋਂ ਅਸੀਂ ਪਾਵਨ ਗੁਰਬਾਣੀ ਮਹਾਰਾਜ ਦੀ ਸਵੈ ਜੀਵਨੀ ਨੂੰ ਕੋਖਦੇ ਹਾਂ, ਵਿਚਾਰਦੇ ਹਾਂ, ਤੇ ਪਤਾ ਚੱਲਦਾ ਹੈ ਕਿ ਇਹ ਫੈਸਲੇ ਤਾਂ ਨਿਰੰਕਾਰ ਦੇ ਘਰੋਂ ਹੋ ਕੇ ਆਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਨਿਰੰਕਾਰ ਦੇ ਘਰੋਂ ਹੋ ਕੇ ਆਏ ਨੇ। ਸਮਾਂ ਪਾ ਕੇ ਸਤਿਗੁਰੂ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਸਾਡੇ ਵਰਗੇ ਗਰੀਬਾਂ ਨੂੰ ਬਖਸ਼ਿਸ਼ ਕੀਤੀ, ਮਤ ਲੋਕ ਦੇ ਜੀਵਾਂ ਨੂੰ ਬਖਸ਼ਿਸ਼ ਕੀਤੀ। ਤੇ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਤਰ੍ਹਾਂ ਆਗਮਨ ਲੈ ਕਰਕੇ ਪਟਨਾ ਸ਼ਹਿਰ ਵਿਖੇ ਆਪ ਜੀ ਨੇ ਭਵ ਲਿਆ ਹੈ। ਆਪ ਜੀ ਨੇ ਉੱਥੇ ਆਗਮਨ ਲੈਣਾ ਕੀਤਾ ਹੈ। ਉਹ ਬਹੁਤ ਭਾਗਾਂ ਵਾਲੀ ਧਰਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਪਤਾ ਚੱਲਿਆ ਆਸਾਮ ਦੀ ਧਰਤੀ ਤੇ ਕਿ ਗ੍ਰਹਿ ਵਿਖੇ ਸੁਪੁੱਤਰ ਜੀ ਦਾ ਆਗਮਨ ਹੋ ਚੁੱਕਿਆ ਹੈ, ਕਿਉਂਕਿ ਇਹ ਤਾਂ ਬਚਨ ਪਹਿਲੋਂ ਬੇਬੇ ਨਾਨਕੀ ਨੂੰ ਹੋ ਚੁੱਕੇ ਸਨ, ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ, ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਗਮਨ ਲਿਆ ਸੀ, ਦੋਲੋਂ ਤਲਵਾਰਾਂ ਦੇ ਮੁੱਠ ਨੇ ਇਸ ਤਰ੍ਹਾਂ ਹੱਥ ਪਾ ਲਿਆ ਸੀ, ਮਹਾਰਾਜ ਕਹਿੰਦੇ ਨਾਮਕਰਨ ਵੀ ਆਪ ਹੀ ਕਰਵਾ ਲਿਆ। ਉਸ ਸਮੇਂ ਬੇਬੇ ਨਾਨਕੀ, ਮਾਤਾ ਨਾਨਕੀ ਨੂੰ ਬਚਨ ਕੀਤਾ ਸੀ, ਕਹਿੰਦੇ ਨਾਨਕੀ ਇਸ ਤੇਰੇ ਸੁਪੁੱਤਰ ਦੇ ਗ੍ਰਹਿ ਵਿਖੇ ਤੇਰੇ ਪੋਤਰੇ ਨੇ ਜਨਮ ਲੈਣਾ ਹੈ, ਉਹ ਐਸੀ ਤੇਗ ਵਾਏਗਾ, ਉਹਦੀ ਤੇਗ ਦੇ ਅੱਗੇ ਕੋਈ ਅਟਕ ਨਹੀਂ ਸਕੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਇਸ ਕਰਕੇ ਇਸ ਨੂੰ ਨਮਸਕਾਰ ਕਰਦਾ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਮਸਕਾਰ ਕੀਤੀ। ਗੁਰਮੁਖ ਪਿਆਰਿਓ, ਤੇ ਮਾਤਾ ਨਾਨਕੀ ਸਾਹਿਬ ਜੀ ਨੇ ਇਹ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਲਾਹਾਬਾਦ ਚੇਤੇ ਕਰਵਾਇਆ। ਸੁਪੁੱਤਰ ਗੁਰੂ ਜੀਓ, ਤੁਹਾਡੇ ਪਿਤਾ ਗੁਰਦੇਵ ਦਾ ਇਹ ਬਚਨ ਮੈਨੂੰ ਹੋਇਆ ਤੇ ਆਪਣੇ ਪੁੱਤਰ ਨੂੰ ਹੱਥੀ ਖਿਡਾਉਣਾ ਹੈ, ਹੱਥੀ ਖਿਡਾਉਣਾ ਹੈ, ਪਰ ਮੇਰੀ ਬਜ਼ੁਰਗ ਆਰਬਲਾ ਜਿਹੜੀ ਹੈ ਉਹ ਵੱਡੀ ਹੋ ਚੁੱਕੀ ਹੈ, ਹੁਣ ਨਦੀ ਕਿਨਾਰੇ ਰੁਖੜਾ ਹੈ, ਤੇ ਉਹ ਬਚਨ ਨੂੰ ਸਫਲਾ ਦਿਓ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਸਮੇਂ ਇਲਾਹਾਬਾਦ ਹੀ ਇਹ ਬਚਨ ਕੀਤਾ ਸੀ, ਜਿਸ ਨੂੰ ਤ੍ਰਿਵੈਣੀ ਕਹਿੰਦੇ ਸਨ। ਇਹ ਬਾਅਦ ਵਿੱਚ ਚਲੋ ਨਾਮ ਮੁਗਲੀ ਹਕੂਮਤ ਨੇ ਨਾਮ ਬਦਲ ਦਿੱਤੇ, ਤ੍ਰਿਵੈਣੀ ਦੀ ਜਗ੍ਹਾ ਤੇ ਇਲਾਹਾਬਾਦ ਧਰ ਦਿੱਤਾ। ਇਹ ਬਚਨ ਕੀਤਾ ਮਾਤਾ ਨਾਨਕੀ ਸਾਹਿਬ ਜੀ ਨੂੰ, ਮਾਤਾ ਜੀ ਅਗਰ ਤੁਹਾਡੇ ਮਨ ਦੀ ਇਹ ਇੱਛਾ ਹੈ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਉਹ ਵਾਹਿਗੁਰੂ ਜੀ ਇੱਛਾ ਪੂਰੀ ਕਰਨ ਵਾਲਾ ਹੈ। ਆਪਾਂ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸ ਲੈਂਦੇ ਹਾਂ। ਪਾਵਨ ਗੁਰਬਾਣੀ ਜੋ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਨੇ ਜੋ ਪਾਵਨ ਗੁਰਬਾਣੀ ਸੰਗ੍ਰਹਿ ਕੀਤੀ ਸੀ, ਉਹ ਪਾਵਨ ਗੁਰਬਾਣੀ ਦਾ ਸ਼੍ਰੀ ਅਖੰਡ ਜਾਪ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਲਾਹਾਬਾਦ ਕਰਵਾਉਣਾ ਕੀਤਾ।
ਸ਼੍ਰੀ ਅਖੰਡ ਜਾਪ ਹੋਇਆ, ਸਮਾਪਤੀ ਦੀ ਅਰਦਾਸ ਹੋਈ। ਜੋ ਮਾਤਾ ਨਾਨਕੀ ਦੀ ਇੱਛਾ ਸੀ ਉਹ ਅਰਦਾਸ ਨਿਰੰਕਾਰ ਦੇ ਦਰ ਤੇ ਬੇਨਤੀ ਕੀਤੀ ਗਈ। ਤੇ ਉਸ ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਇਹ ਕਿਹਾ, ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ। ਕਹਿੰਦੇ ਉੱਥੇ ਸਾਡੀ ਮਾਤਾ ਗੁਜਰੀ ਜੀਆਂ ਨੂੰ ਸਾਡੇ ਆਉਣ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਆਓ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਗਰੀਬ ਨਵਾਜ ਜਦੋਂ 1:15 ਵਜੇ ਆਪ ਜੀਆਂ ਨੇ ਪੋਹ ਸੁਦੀ 7ਵੀਂ ਨੂੰ ਆਗਮਨ ਲਿਆ ਨਾ, ਜਿਨ੍ਹਾਂ ਨੂੰ ਮਹਾਰਾਜ ਨੇ ਨੇਤਰ ਦਿੱਤੇ ਨੇ, ਜਿਨ੍ਹਾਂ ਨੂੰ ਨੇਤਰ ਬਖਸ਼ਿਸ਼ ਕੀਤੇ ਨੇ ਮਹਾਰਾਜ ਨੇ, ਨੇਤਰ ਆਪਾਂ ਨੂੰ ਵੀ ਮਿਲੇ ਨੇ, ਇੱਥੋਂ ਤੱਕ ਦੇਖਦੇ ਆਂ ਗਾਹਾਂ ਪਤਾ ਨਹੀਂ ਚੱਲਦਾ, ਪਰ ਜਿਨ੍ਹਾਂ ਨੂੰ ਨੇਤਰ ਮਿਲੇ ਨੇ ਉਹਨਾਂ ਨੇ ਕਰਨਾਲ ਦੇ ਲਾਗੇ ਠੱਸ ਕੇ ਨਗਰ ਬੈਠਿਆਂ ਕਹਿ ਦਿੱਤਾ 1:15 ਵਜੇ ਅੰਮ੍ਰਿਤ ਵੇਲੇ ਦੀ ਨਵਾਜ਼ ਕਰਨ, ਪੂਰਬ ਵੱਲ ਦਿਸ਼ਾ ਵੱਲ ਨੂੰ ਨਵਾਜ਼ ਕਰ ਦਿੱਤੀ। ਮੇਰੇ ਵਰਗੇ ਚਾਟੜੇ ਕਹਿਣ ਲੱਗੇ, ਪੀਰ ਜੀ ਕੀ ਕਰ ਰਹੇ ਹੋ? ਸਾਰੀ ਜ਼ਿੰਦਗੀ ਹੋ ਗਈ ਏ ਪੱਛਮ ਵੱਲ ਨੂੰ ਸਜਦਾ ਕਰਦੇ ਆਉਂਦੇ ਹੋ, ਅੱਜ ਪੂਰਬ ਵੱਲ ਨੂੰ ਕਰ ਦਿੱਤਾ ਹੈ। ਪੀਰ ਭੀਖਣ ਸ਼ਾਹ ਕਹਿਣ ਲੱਗਿਆ, ਮੇਰੇ ਪਿਆਰੇ ਮਰੀਦੋ, ਜਿਸ ਨੂੰ ਦੇਖਣ ਵਾਸਤੇ, ਜਿਹਦੇ ਦਰਸ਼ਨ ਕਰਨ ਵਾਸਤੇ ਮੈਂ ਜਨਮ ਲੈਣਾ ਕੀਤਾ ਹੈ ਨਾ, ਉਹ ਅੱਜ ਪੂਰਬ ਦਿਸ਼ਾ ਵੱਲ ਉਸਨੇ ਆਪ ਆਗਮਨ ਲੈ ਲੈਣਾ ਕੀਤਾ ਹੈ। ਭਾਵ ਜਿਹਨੂੰ ਮੈਂ ਨਿਰੰਕਾਰ ਨੂੰ, ਉਸ ਅੱਲਾ ਨੂੰ, ਖੁਦਾ ਨੂੰ, ਵਾਹਿਗੁਰੂ ਨੂੰ ਕੁਝ ਕਹਿ ਲਓ, ਕਿੰਤੇ ਨਾਮਾ ਅੰਤ ਨਾ ਜਾਣਿਆ, ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ ਵਾਹਿਗੁਰੂ। ਜਿੰਨੇ ਤੇਰੇ ਨਾਮ ਨੇ ਸਾਰਿਆਂ ਤੋਂ ਬਲਿਹਾਰ ਜਾਂਦੇ ਆ, ਕੋਈ ਨਾਮ ਘੱਟ ਨਹੀਂ ਹੈ। ਕੋਈ ਅੱਲਾ ਕਹਿ ਲਓ, ਪਾਣੀ ਕਹਿ ਲਓ, ਬਾਰਡਰ ਕਹਿ ਲਓ, ਆਪ ਕਹਿ ਲਓ, ਗੱਲ ਤਾਂ ਇੱਕੋ ਹੀ ਹੈ, ਪਿਆਸ ਬੁਝਾਉਣੀ ਹੈ ਉਸਨੇ। ਲਾਓ ਤਾਂ ਸਹੀ ਕਿਤੇ ਚਿੱਤ ਭਾਈ। ਤੇ ਉਸ ਸਮੇਂ ਪੀਰ ਭੀਖਣ ਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਜਿਸ ਨੂੰ ਪੱਛਮ ਵੱਲ ਸਜਦਾ ਕਰਦਾ ਸੀ, ਅੱਜ ਉਸਨੇ ਪੂਰਬ ਦੇ ਵਿੱਚ ਆਪ ਆਗਮਨ ਲੈ ਲੈਣਾ ਕੀਤਾ ਹੈ। ਤੇ ਉਸ ਸਮੇਂ ਇਹ ਬਚਨ ਕੀਤਾ ਪੀਰ ਭੀਖਣ ਸ਼ਾਹ ਜੀ ਨੇ ਕਿ ਅੱਜ ਭਾਈ ਸੱਚ ਦਾ ਚੰਦਰਮਾ ਚੜ ਗਿਆ ਹੈ। ਅੰਮ੍ਰਿਤ ਵੇਲਾ ਸੀ, ਚੰਦਰਮਾ ਚੜਿਆ ਹੋਇਆ, ਜਿਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਅੱਜ ਸੱਚ ਦਾ ਚੰਦਰਮਾ ਚੜਿਆ ਹੈ। ਤੇ ਪੀਰ ਜੀਆਂ ਨੇ ਕੁਝ ਮਹੀਨੇ ਦਾ ਵਕਫਾ ਪਾ ਕੇ ਭਾਈ ਪਟਨਾ ਸ਼ਹਿਰ ਵਿਖੇ ਪਹੁੰਚਣਾ ਕੀਤਾ। ਮਾਤਾ ਦੀ ਦਹਲੀਜ਼ ਤੇ ਜਾ ਕੇ ਆਪਣੇ ਮਸਤਕ ਨੂੰ ਲਾਇਆ। ਤੇ ਉਸ ਸਮੇਂ ਮਾਮਾ ਕਿਰਪਾਲ ਚੰਦ ਸਾਰੇ ਆ ਕੇ ਦੇਖਿਆ, ਬਈ ਇਹ ਮੁਸਲਮਾਨੀ ਭੇਖ ਹੈ, ਕੀ ਪਤਾ ਇਹ ਕੋਈ ਬੰਦਾ ਐਸਾ ਆਇਆ ਹੋਵੇ ਜਿਹੜਾ ਸਾਹਿਬਜ਼ਾਦਾ ਜੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ, ਬਾਲਾ ਪ੍ਰੀਤਮ ਨੂੰ। ਤੇ ਅੱਗਿਓਂ ਉਹ ਕੀ ਕਹਿੰਦਾ, ਮੈਂ ਦਰਸ਼ਨ ਕਰਨੇ ਹਨ। ਮਾਤਾ ਨਾਨਕੀ ਜੀ ਨੂੰ ਕੋਲ ਬੁਲਾ ਲਿਆ। ਮਾਤਾ ਨਾਨਕੀ ਸਾਹਿਬ ਜੀ ਕਹਿਣ ਲੱਗੇ, ਪੀਰ ਜੀ ਅਸੀਂ ਤੁਹਾਡੀ ਭਾਵਨਾ ਦਾ ਸਤਿਕਾਰ ਕਰਦੇ ਹਾਂ, ਕੁਝ ਸਮਾਂ ਤੁਸੀਂ ਰਹੋ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆ ਜਾਣਗੇ ਉਹਨਾਂ ਨੂੰ ਦਰਸ਼ਨ ਕਰਾਉਣ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾ ਦੇਵਾਂਗੇ। ਤੁਹਾਨੂੰ ਖਾਣ ਨੂੰ ਵੀ, ਪੀਣ ਨੂੰ ਵੀ, ਪਹਿਨਣ ਨੂੰ ਸਭ ਕੁਝ ਮਿਲੇਗਾ, ਹਰ ਪ੍ਰਕਾਰ ਕਰਕੇ ਤੁਹਾਡੀ ਸੇਵਾ ਹੋਵੇਗੀ, ਪਰ ਤੁਸੀਂ ਇਹ ਜਿੱਦ ਨਾ ਕਰੋ ਕਿ ਹੁਣੇ ਹੀ ਦਰਸ਼ਨ ਕਰਾਓ। ਕਹਿੰਦੇ ਮਾਂ ਤੈਨੂੰ ਪਤਾ ਹੈ ਤੇਰੇ ਘਰ ਦੇ ਵਿੱਚ ਕੌਣ ਆਇਆ ਹੈ? ਮਾਤਾ ਨਾਨਕੀ ਸਾਹਿਬ ਕਹਿੰਦੇ ਆ ਮੈਨੂੰ ਪਤਾ ਹੈ, ਮੇਰੇ ਘਰ ਦੇ ਵਿੱਚ ਮੇਰੇ ਪੋਤਰਾ ਸਾਹਿਬ ਨੇ ਜਨਮ ਲੈਣਾ ਕੀਤਾ। ਕਹਿੰਦਾ ਨਾ ਮਾਤਾ, ਤੇਰਾ ਭੁਲੇਖਾ ਹੋਰ ਹੈ। ਉਹ ਮਾਂ ਭੋਲੀਏ ਤੇਰੇ ਘਰ ਰੱਬ ਆ ਗਿਆ, ਮਾਂ ਭੋਲੀਏ ਤੇਰੇ ਘਰ ਰੱਬ ਆ ਗਿਆ ਹੈ। ਹੇ ਮਾਂ ਭੋਲੀਏ ਤੇਰੇ ਘਰ ਦੇ ਵਿੱਚ ਰੱਬ ਆ ਗਿਆ, ਜਿਹਦੇ ਦਰਸ਼ਨ ਕਰਨ ਵਾਸਤੇ ਮੈਂ ਜਨਮ ਲੈਣਾ ਕੀਤਾ ਹੈ। ਕਿਉਂਕਿ ਹਵਾਏ ਬੰਦਗੀ ਆ ਬੁਰਦ ਦਰ ਬਜੂਦ ਮਰਾ, ਬਗਰਨੇ ਚੂਕੇ ਜਨੀ ਆਮਦਨ ਨਾਬੂਦ ਮਰਾ। ਇੱਕ ਬੰਦਗੀ ਕਰਨ ਦਾ ਸ਼ੌਂਕ ਤਾਂ ਸਾਨੂੰ ਇਸ ਸਰੀਰ ਵਿੱਚ ਲੈ ਆਇਆ ਹੈ। ਮਾਤਾ ਇਹ ਦਹਲੀਜ਼ ਤੋਂ ਜਾਣ ਵਾਸਤੇ ਤੂੰ ਕਹਿ ਰਹੀ ਹੈ, तेरे दर को छोड़ के हम फकीर जाएं कहाँ, ਜਾਂ ਬਤਾ ਦੇ ਆਪਣੇ ਜੈਸਾ ਕੋਈ ਘਰ ਹਮੇ। ਜਾਂ ਤਾਂ ਮਾਤਾ ਦੱਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਇਸ ਦਰ ਤੋਂ ਬਗੈਰ ਕੋਈ ਹੋਰ ਦਰ ਹੈ ਜਿਹੜਾ ਨਿਮਾਣਿਆਂ ਨੂੰ ਮਾਣ ਦਿੰਦਾ ਹੋਵੇ? ਕੋਈ ਹੋਰ ਦਰ ਹੈ ਜਿਹੜਾ ਗਰੀਬਾਂ ਨੂੰ ਆਪਣੇ ਗਲ ਨਾਲ ਲਾਉਂਦਾ ਹੋਵੇ?
कोई होर दर है जिहड़ा अपने पुत्र वार के कह के सारे मेरे ही ने? ऐसा दर होर कोई नहीं है। तेरे दर को छोड़ के हम फकीर जाएं कहाँ? जा बता दे अपने जैसा कोई घर हमें। बैठे हैं तेरे दर पे कुछ करके उठेंगे, जा मिलाप ही मिलेगा जा मर के उठेंगे। कितना प्यार पीर भीखन शाह जी दा। बहुत भुल्लड़ लोग कहते हैं गुरु गोबिंद सिंह साहब जी मुसलमानों के नाल वैर करते सन। वो भुल्लड़ लोग ने, उन्होंने तो पता ही कुछ नहीं कि देखो जदों महाराज ने आगमन लिया तो पहली नजर पीर भीखन शाह दी है, जिहड़ी अमृत वेले कहंदा है उच्ची बांह करके कि पूरब दिशा वाल मेरा अल्लाह आप आगमन लैके आ गया। दर्शन करने वास्ते गया ते पीर दी ऐसी भावना देख करके माता नानकी साहब ने दर्शन करवाए। आखो सतनाम श्री वाहिगुरू। फिर गनी खां नवी खां किवें भुल जावांगे। जदों महाराज 6 साल दी आरजू दे होए ना, ते वो जिहड़ा बाग जिथे गुरुद्वारा बाग साहब बनया आपां दर्शन करते हैं पटने सा के, ते ओ करीम बख्श रहीम बख्श दा बाग सी भाई, वो भी मुसलमान ने। ते जदों महाराज दा मिलाप होया गुरु तेग बहादुर साहब जी दे नाल, वो हरिया भरिया हो गया बाग। ते वो दोनों मुसलमान भरावां ने गुरु तेग बहादुर महाराज बाला प्रीतम जी नूं वो भेटा कर दिता सी। फिर तुसी गनी खान नवी खान दा प्यार किवें भुल सकदे हो भाई? सो इस करके सतगुरु गुरु गोबिंद सिंह साहब महाराज सर्वत्र दे सांझे ने, उन्हां दा सर्वत्र दे नाल प्यार है। सो आओ ये कुछ विचारां मैं सतगुरु महाराज साहब जी दे पावन पवित्र चरनां दे विच बैठ करके महाराज साहब जी दे आगमन दियां कीतियां ने भाई। ते सतगुरु गुरु गोबिंद सिंह साहब महाराज जिन्हां ने पौने 42 साल की आरजू दे विच महान ऐसे कारनामे कर दिते भाई, जो वड्डियां वड्डियां तो नहीं हो सके। संसार दे अंदर 3 लड़ाई दे कारण विद्वाना मन्ने ने जर जोरू जमीन, पर चौथा कारण गुरु गोबिंद सिंह जी का जीवन दसदा है कि चौथा जिहड़ा कारण है वो जिथे जुल्म हुंदा होवे, जुल्म नूं रोकण वास्ते भी तलवार चुकनी पैंदी है। जुल्म नूं रोकण वास्ते, धी भैन की इज्जत आबरू नूं बचाउण वास्ते गुरु गोबिंद सिंह साहब जी ने चौथा कारण लड़ाई का पैदा किया। सो आओ गुरमुख प्यारिओ, सतगुरु महाराज के आगमन पुरब नूं तुसीं मना रहे हो। समा कोई भी आपां मनाइए, महाराज की याद विच जदों बैठदे हैं समा उही सुहावना हो जाता है। ते सतगुरु जी के दरों घरों वरसाए महापुरुष संत बाबा मीहा सिंह जी महाराज, जिन्हां दी चरण शरण दे विच बाबा जी डांगों वाले महापुरुष रहे, प्यार लिया निग माणिया उन्हां महापुरुषां दी गोद दा। उन्हां गुरु सवारे गुरु प्यारे महापुरुषां ने श्री गुरु ग्रंथ पंथ दे नाल संगत नूं जोड़ना कीता भाई। सो ताही उन्हां गुरु सवारे गुरु प्यारे महापुरुषां दियां ज़ादां नूं घर घर दे विच मनाया जाता है, तदे उन्हां नूं याद कीता जाता है, क्योंकि उन्होंने ऐसे पूरने पाए ने भाई। वो महापुरुष कहनी करनी दे पूरे सन। ये नहीं कि लिबास नहीं सी उन्हां गुरु सवारे गुरु प्यारे महापुरुषां दा, केवल गृहस्थ दीयां जिम्मेवारियां नूं भी निभाया, बाखूब निभाया, और अपने परिवार नूं पावन गुरबाणी दे नाल जोड़िया, कीर्तन दे नाल जोड़िया, सतगुरु जी की कीर्ति करवाई परिवार तो, ते नाल नाल आप जी ने गुरु की संगतां नूं श्री गुरु ग्रंथ साहिब जी दे नाल जोड़िया। ऐसे महापुरुष संसार दे विच बहुत विरले आया करते हैं। पर गुरमुख प्यारिओ, ये जिहड़े महापुरुष गुरु की प्रसन्नता नूं प्राप्त कर लैंदे ने, फिर महाराज कहंदे जो किछ करै सोई प्रभ मानै, ओए राम नाम रंग राते, तिनकी शोभा सबनी थाई, जिन प्रभ के चरण पराते। मेरे राम संतां जे बड़ना कोई, भगतां बण आई प्रभ अपने स्यों, जल थल महियल सोई। कोट अपराधी संत संग उदरै, जम ताकै नेड़ न आवे, जन्म जन्म का बिछड़िया होवे, तन हर स्यों आन मिलावे। माया मोह भरम पौ काटे, संत सरन जो आवे, जेहा मनोरथ कर आराधै, सो संतन ते पावे। जिहो जी आराधना करदा है भाई, उही महापुरुषां तो प्राप्त कर लैंदा है। जन की महिमा केतक वर्णो, जो प्रभ अपने भाणे, कहो नानक जिन सतगुर भेटिया, से सब ते भय निकाणे। बाहो बाहो करती रसना शब्द सुहाई, पूरा शब्द प्रभ मिलिया आई बड़भागियां। बाहो बाहो मूहों कढ़ाई, बाहो बाहो करै सेई जन सोहणे, तिनको परजा पूजन आई। बाहो बाहो कर्म प्राप्त होवे, नानक दर सच्चे शोभा पाई। ओ पर उपकारी आए तेरे ज्ञान, पर उपकारी आए
ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ। तेरे जन परोपकारी आए, जी दान दे भगती लाए, हर स्यों लैन मिलाए। ऐसे गुरमुख भावें जितना मर्जी लुक जान, पर वाहिगुरू जी उन्होंने प्रगट कर दिंदा है। बाबा सरबजोत सिंह जी तुहाडे नगर दे विच बड़े बहुत ही लोके रहन वाले गुरमुख ने, पर वाहिगुरू जी प्रगट अपने आप ही कर दिंदा है भाई। जिन्हां दे अंदर प्रेम है, लाया प्रीतम अपने, ਉਹ ਪਰਮਾਤਮਾ ਵਾਹਿਗੁਰੂ ਜੀ ਆਪ ਹੀ ਪ੍ਰੇਮ ਲਗਾਉਂਦਾ ਹੈ। ਤੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਮੈਂ ਇਹ ਗੱਲ ਕਹਿ ਕੇ ਆਪਣੀ ਬਾਣੀ ਨੂੰ ਵਿਰਾਮ ਦਵਾਂਗਾ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋਂ ਮਿਠਾਈ ਰਾਖੀਏ ਛੁਪਾਏ ਜਤਨ, ਕਹਿ ਚੀਤੀ ਚਲ ਜਾਤ ਚਾਹੇ ਤਾਹੇ ਲਪਟਾਤ ਹੈ। ਦੀਪਕ ਜਗਾਏ ਜੈਸੇ ਰਾਖੀਏ ਦੁਰਾਏ ਗ੍ਰਹਿ, ਪ੍ਰਗਟ ਪਤੰਗ ਤਾਵੇਂ ਸਹਿਜ ਸਮਾਤ ਹੈ। जैसे तो बिमल जल कमल एकांत वसै, मद कर मद अच बन तह जात है। तैसे गुरसिख जेह घट प्रगट प्रेम, सगल संसार ताके द्वार बिललात है। भाई जी कहते मिठा जिन्ना मर्जी लुको के रख लैन बीबियां, पर कहते कीड़ी ने उत्ते कोल पहुंच ही जाना है। कहते दीवा जिथे मर्जी तुसी कोठड़ी दे विच दरवाजे बंद करके लाए हो, पतंगा उत्थे भी पहुंच जाता है। इसे तरह ही कहते जो कमल का फुल है, बसों तो बाहर जाके ला दिओ तुसी, भौरे ने उत्थे ही पहुंच जाना है, क्योंकि उहदे विच खुशबू है, उहदे विच रोशनी है, ते उहदे विच मिठास है। इसे तरह ही जिस गुरमुख दे जीवन दे अंदर भाई मिठास है, जिस गुरमुख दे जीवन दे अंदर ज्ञान दी रोशनी है, जिस गुरमुख दे जीवन दे अंदर सुगंधी है नाम दी, उस गुरमुख दे कोल भाई गुरदास जी कहंदे, तैसे गुरसिख जेह घट प्रगट प्रेम, सगल संसार ताके द्वार बिललात है। फिर सारा संसार उहदे दर ते जांदा है भाई, उहदे नाल प्रेम करदा है, प्यार करदा है। सो आओ ये जो मैं बचन आप जी दे नाल कीते ने, आप जी ने प्रवान करने। विद्यार्थी जीवन है, बहुत सारियां भुल्लां गलतियां होईयां ने। सतगुरु महाराज साहब जी बख्शिंद ने, आप संगत बख्शिंद हो, खिमा करनी कीती विचार अपने सारियां दे हिरदे दे विच वसे। सतगुरु श्री गुरु ग्रंथ साहिब महाराज साहब जी का शुकराना रोम रोम करके ऋणी अपने विद्या दाते सचखंड वासी संत बाबा गुरमेल सिंह जी महापुरुष, जिन्हां दी कृपा सदका आप गुरु संगत जी के दर्शन किए न। मेरे वड्डे भराता श्री मान बाबा हरनेक सिंह जी मुख संचालक गुरमत विद्याला बूंगा साहब नगर रामपुर, बाबा सरबजोत सिंह उन्हां नाल बड़ा साडा प्यार है, प्रेम है भाई। साडे वड्डे गुरु भाई ने बड़े प्यार दे नाल लम्मे समियां तो लैके सतगुरु महाराज साहब जी का प्यार मान रहे हैं, निग मान रहे हैं। इसी तरह ही महाराज कृपा करन साडी निभ जावे भाई, ये अरदास बेनती आप जी ने करनी। बहुत मन खुश होया ते बड़ी प्रसन्नता के सहित सतगुरु महाराज साहब जी का बड़ा आदब सत्कार, बहुत सुंदर स्थान। महाराज साहब जी इस तरह ही दिन दिन चढ़े सवाया, नानक होत ना घाट, कदे भी घाट ना होवे। महाराज साहब दिन दुगनी रात चौगनी महापुरुषों को तरक्की बख्शिश करे। आओ इन्नियां ही बेनतियां प्रवान करते हुए संबत साह लिखिया, मिलकर पावो तेल, देहो सज्जन असीसड़ियां, ज्यों वै साहब स्यों मेल। वाहिगुरू जी का खालसा, वाहिगुरू जी की। वाहिगुरू जी आए प्रभ शरणागति, कृपा निध दयाल, एक अखर हर मन वस्त, नानक होत निहाल। दुकालंग प्रणासी दयालंग, स्वरूपे सदा अंग संगे, अभंगंग विभूते हर जस गायो जी, मिल के संत जना हर जस गायो जी, मिल के संत जना।
प्यारे संत जना मिल हर जस गायो कोट जन्म के जो चाहत सोई मन पायो कर कृपा हर सर्ब सुख हर नाम बंडाई गुर प्रसाद नानक पवन गुरु पानी पिता माता धरत महात चंगियाइया बुरियाइया वाचे धर्म दूर जिनी नाम त्याया गए मसाकत काल जिनी नाम त्याया गए मसाकत काल वाहिगुरु जी का खालसा वाहिगुरु जी की फतेह। वाहिगुरु जी का खालसा।